ਲਾਈਕ ਆਪਣੇ ਕੋਲ ਇੱਕ ਟਰਮ ਆਉਂਦੀ ਹੈ ਐਰਰ। ਜੋ ਐਰਰ ਹੈ, ਹੁਣ ਐਰਰ ਕੀ ਹੋ ਸਕਦਾ ਪ੍ਰੋਗਰਾਮ ਦੇ ਵਿੱਚ? ਜਿਵੇਂ ਆਪਾਂ ਕਹਿੰਦੇ ਨੇ, ਜੋ ਬੇਸਿਕਲੀ ਆਪਾਂ ਡਿਵਾਈਡ ਕਰਦੇ ਹਾਂ ਐਰਰਸ ਨੂੰ, ਲੌਜੀਕਲ ਐਰਰ, ਠੀਕ ਹੈ ਨਾ, ਜਾਂ ਸਿੰਟੈਕਸ ਐਰਰ, ਜਾਂ ਆਪਣੇ ਰਨ ਟਾਈਮ ਐਰਰ। ਜਿਹੜੇ ਦੋ ਤਿੰਨ ਮੇਨ ਟਾਈਪਸ ਹੈ। ਲੌਜੀਕਲ ਐਰਰਸ ਕਿਹੜੇ ਹੁੰਦੇ ਹੈ? ਜੋ ਸਾਡਾ ਫਾਰਮੂਲਾ ਹੀ ਗਲਤ ਹੈ, ਠੀਕ ਹੈ ਨਾ। ਅਗਰ ਸਾਡਾ ਫਾਰਮੂਲਾ ਹੀ ਗਲਤ ਹੈ, ਉਹ ਲੌਜੀਕਲ ਐਰਰਸ ਹੈ। ਲਾਈਕ ਆਪਾਂ ਕਰ ਦਿੰਦੇ ਹਾਂ ਕਦੀ ਕਦੀ ਐਵਰੇਜ ਫਾਈਂਡ ਕਰਦੇ, ਐਵਰੇਜ ਆਫ 4 ਨੰਬਰ। ਆਪਾਂ ਮੋਸਟਲੀ, ਹੁਣ ਤਾਂ ਨਹੀਂ, ਚਲੋ ਜਦੋਂ ਫਸਟ ਸੈਮ 'ਚ ਸੀ ਆਪਾਂ ਕੁਛ ਐਵੇਂ ਲਿਖ ਦਿੰਦੇ ਸੀ, A+B+C+D ਡਿਵਾਈਡ ਬਾਈ 4, ਹੈ ਨਾ। ਹੁਣ ਬੋਰਡ ਮਾਸ ਦੇ ਰੂਲ ਦੇ ਅਕੋਰਡਿੰਗ ਉਸਨੇ ਕੇਵਲ D ਨੂੰ 4 ਨਾਲ ਡਿਵਾਈਡ ਕਰਨਾ ਹੈ, ਬਾਕੀ ਸਾਰੇ ਉਸਨੇ ਡਾਇਰੈਕਟਲੀ ਐਡ ਕਰ ਦੇਣੇ ਹੈ। ਇਹ ਲੌਜੀਕਲ ਐਰਰ ਹੈ। ਕੰਪਿਊਟਰ ਨੂੰ ਇਸ ਐਰਰ ਦਾ ਕੁਛ ਨਹੀਂ ਪਤਾ ਲੱਗਣਾ, ਠੀਕ ਹੈ ਨਾ। ਜਿਹੜਾ ਲੌਜੀਕਲ ਐਰਰ ਹੈ ਉਹ ਸਾਡੇ ਫਾਰਮੂਲੇ ਦੇ ਵਿੱਚ ਹੈ, ਸਾਡੇ ਲੌਜਿਕ ਦੇ ਵਿੱਚ ਹੈ। ਕੰਪਿਊਟਰ ਨੂੰ ਉਸ ਦਾ ਕੁਛ ਨਹੀਂ ਪਤਾ ਲੱਗਦਾ, ਠੀਕ ਹੈ। ਕੰਪਾਈਲਰ ਉਸ ਨੂੰ ਆਪਣਾ ਆਇਡੈਂਟੀਫਾਈ ਨਹੀਂ ਕਰ ਸਕਦਾ ਕਿ ਇਸ ਨੂੰ ਲੌਜੀਕਲ ਐਰਰਸ ਨੂੰ। ਦੈਨ ਫਿਰ ਆਉਂਦੇ ਆਪਣੇ ਸਿੰਟੈਕਸ ਐਰਰ। ਸਿੰਟੈਕਸ ਐਰਰ ਕਿਹੜੇ ਹੈ? ਜਿਹਨੂੰ ਕੰਪਾਈਲਰ ਫਾਈਂਡ ਕਰ ਲੈਂਦਾ, ਜਿਵੇਂ ਸੈਮੀਕੋਲਨ ਮਿਸਿੰਗ ਹੈ, ਕੋਈ ਪੈਰੈਂਥੀਸਿਸ ਹੈ, ਕੋਈ ਬ੍ਰੇਸਿਸ ਮਿਸਿੰਗ ਹੈ, ਕੋਈ ਵੇਰੀਏਬਲ ਨਹੀਂ ਡਿਕਲੇਅਰ ਕੀਤਾ ਹੈ। ਇਹ ਸਾਡੇ ਸਾਰੇ ਕਿਹੜੇ ਆ? ਸਿੰਟੈਕਸ ਐਰਰ ਹੈ, ਜੋ ਕੰਪਾਈਲਰ ਦੇ ਲਈ ਸਭ ਤੋਂ ਈਜ਼ੀ ਹੈ ਫਾਈਂਡ ਕਰਨੇ। ਜੋ ਕੰਪਾਈਲਰ ਹੈ ਉਹ ਆਪਣੇ ਸਿੰਟੈਕਸ ਐਰਰ ਈਜ਼ੀਲੀ ਫਾਈਂਡ ਕਰ ਲੈਂਦਾ, ਠੀਕ ਹੈ ਨਾ। ਦੈਨ ਰਨ ਟਾਈਮ ਐਰਰ। ਜੋ ਰਨ ਟਾਈਮ ਐਰਰ ਹੈ ਉਹ ਬੇਸਿਕਲੀ ਪਾਰਟ ਬਣਦਾ ਆਪਣਾ ਐਕਸੈਪਸ਼ਨਸ ਦਾ। ਐਕਸੈਪਸ਼ਨ ਦਾ ਮਤਲਬ ਕੀ ਹੈ? ਐਕਸੈਪਸ਼ਨ ਦਾ ਮਤਲਬ ਹੈ, ਜਿਵੇਂ ਆਪਾਂ ਕਹਿੰਦੇ ਐਕਸੈਪਸ਼ਨ ਹੈਂਡਲਿੰਗ ਜਾਵਾ ਦੇ ਵਿੱਚ ਹੈ ਟੌਪਿਕ। ਐਕਸੈਪਸ਼ਨ ਹੈਂਡਲਿੰਗ ਮਤਲਬ ਉਹ ਐਕਸੈਪਸ਼ਨ ਨੂੰ ਹੈਂਡਲ ਕਰ ਸਕਦਾ ਜਾਵਾ। ਕੁਛ ਉਹ ਆਟੋਮੈਟਿਕਲੀ ਕਰਦਾ, ਕੁਛ ਸਾਨੂੰ ਕਰਨੀਆਂ ਪੈਂਦੀਆਂ, ਕੁਛ ਉਸ ਦੇ ਵਿੱਚ ਕਲਾਸਿਸ ਅਵੇਲੇਬਲ ਹੈ। ਇਸ ਜਿਹੜਾ ਆਪਣਾ ਟਰਬੋ ਸੀ ਹੈ ਜਾਂ ਟਰਬੋ C++ ਆ, ਉਸ ਦੇ ਨਾਲੋਂ ਇਸ 'ਚ ਪਲੱਸ ਪੁਆਇੰਟ ਹੈ। ਜਿਵੇਂ ਆਪਾਂ ਕਹਿੰਦੇ ਸੀ ਟਰਬੋ C++ 'ਚ ਐਕਸੈਪਸ਼ਨ ਹੈਂਡਲਿੰਗ ਨਹੀਂ ਹੈਗੀ, ਅਤੇ ਜਾਵਾ ਦੇ ਵਿੱਚ ਐਕਸੈਪਸ਼ਨ ਹੈਂਡਲਿੰਗ ਹੁੰਦੀ ਹੈ। ਹੁਣ ਐਕਸੈਪਸ਼ਨ ਆਪਾਂ ਸਮਝਦੇ ਹਾਂ ਜਿਹੜਾ ਐਰਰ ਨਹੀਂ ਹੈ, ਬਟ ਰਨ ਟਾਈਮ 'ਤੇ ਹੋ ਸਕਦਾ ਕਿਸੇ ਵੈਲਿਊਜ਼ ਦੇ ਵਿੱਚ ਉਹ ਐਰਰ ਆ ਜਾਵੇ। ਮੈਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਆਪਾਂ ਸਮਝਦੇ ਹਾਂ, ਇਹ ਆਪਣੇ ਪ੍ਰੋਗਰਾਮ ਦੇ ਵਿੱਚ ਨਹੀਂ ਹੈ ਬਟ ਵੈਸੇ ਸਮਝਣ ਦੇ ਲਈ ਹੈ। ਜਿਵੇਂ ਕਿਸੇ ਨੇ ਸਾਨੂੰ ਕਹਿਤਾ ਵੀ ਤੁਸੀਂ ਇੱਕ ਪ੍ਰੋਗਰਾਮ ਪ੍ਰੋਜੈਕਟ ਬਣਾ ਦਿਓ, ਉਹਦੀ ਰਿਪੋਰਟ ਪ੍ਰਿੰਟ ਆਊਟ ਹੁੰਦੀ ਹੋਵੇ, ਠੀਕ ਹੈ। ਅਸੀਂ ਪ੍ਰਿੰਟਰ ਆਪਣੇ ਅਕੋਰਡਿੰਗ ਕਲਰਡ ਪ੍ਰਿੰਟਰ ਵਧੀਆ ਇੰਜ ਬਣਾ ਕੇ ਉਹਨੂੰ ਸਾਰੇ ਸੈਟਿੰਗ ਕਰਤੀ, ਸਾਡਾ ਪ੍ਰੋਗਰਾਮ ਸਾਰਾ ਚੱਲਦਾ ਪਿਆ। ਪਰ ਜਦੋਂ ਉਸ ਬੰਦੇ ਨੇ, ਜਿਸ ਨੇ ਸਾਡੇ ਤੋਂ ਪ੍ਰੋਜੈਕਟ ਮੰਗਾਇਆ ਸੀ, ਬਣਵਾਇਆ ਸੀ, ਜਦੋਂ ਅਸੀਂ ਉਸਨੂੰ ਉਹ ਪ੍ਰੋਜੈਕਟ ਦਿੱਤਾ ਹੈ, ਉਹਦੇ ਕੋਲ ਵੈਸੀ ਫੈਸਿਲਿਟੀਜ਼ ਹੀ ਨਹੀਂ ਹੈ, ਉਸਦੇ ਵੈਸੇ ਹਾਰਡਵੇਅਰ ਹੀ ਨਹੀਂ ਹੈ, ਉੱਥੇ ਪ੍ਰੋਗਰਾਮ ਉਵੇਂ ਚੱਲਣਾ ਹੀ ਨਹੀਂ। ਉੱਥੇ ਬਾਰ-ਬਾਰ ਐਕਸੈਪਸ਼ਨਸ ਦੇਣੀਆਂ ਵੀ ਕੋਈ ਉਹਨੂੰ ਹਾਰਡਵੇਅਰ ਨਹੀਂ ਫਾਈਂਡ ਹੋ ਰਿਹਾ, ਹੋ ਸਕਦਾ ਉਸਦੇ ਵਿੱਚ ਜਿਹੜਾ ਸੌਫਟਵੇਅਰ ਹਾਰਡਵੇਅਰ ਆਪਾਂ ਯੂਜ਼ ਕਰ ਰਹੇ ਹਾਂ ਉਹ ਨਾ ਠੀਕ ਹੋਵੇ, ਠੀਕ ਹੈ ਨਾ। ਐਸੀ ਐਕਸੈਪਸ਼ਨ ਹੋ ਸਕਦੀ ਹੈ ਕੋਈ। ਜਿਹੜੀ ਸਿੰਪਲ ਐਗਜ਼ਾਮਪਲ ਆਪਾਂ ਕਹਿੰਦੇ ਹਾਂ, ਆਪਾਂ ਐਗਜ਼ਾਮਪਲ ਬਣਾ ਕੇ ਦੇਖਦੇ ਹਾਂ। ਹੁਣ ਜਾਵਾ ਦੇ ਵਿੱਚ ਜਿਹੜੀ ਐਕਸੈਪਸ਼ਨ ਹੈਂਡਲਿੰਗ ਹੈ ਉਹ ਬੇਸਿਕਲੀ ਕੀ ਹੈ? ਉਹ ਹੁੰਦੀ ਹੈ ਹੈਂਡਲ ਆਪਣੀ ਟਰਾਈ ਕੈਚ ਬਲੌਕ ਦੇ ਨਾਲ। ਜਿਸ ਪਾਰਟ 'ਚ ਸਾਨੂੰ ਲੱਗਦਾ ਵੀ ਐਰਰ ਆ ਸਕਦਾ ਉਸ ਨੂੰ ਅਸੀਂ ਲਿਖਦੇ ਹਾਂ ਟਰਾਈ ਦੇ ਵਿੱਚ। ਜਿਸ ਪਾਰਟ 'ਚ ਸਾਨੂੰ ਲੱਗਦਾ ਵੀ ਐਰਰ ਆ ਸਕਦਾ, ਠੀਕ ਹੈ ਨਾ। ਜਿਹੜਾ ਜਾਵਾ ਐਕਸੈਪਸ਼ਨਸ ਹੈਂਡਲ ਕਰਦੇ ਆ ਮੈਨੂਅਲੀ ਅਸੀਂ ਕਰਾਂਗੇ ਪ੍ਰੋਗਰਾਮਿੰਗ ਦੇ ਥਰੂ, ਉਹ ਟਰਾਈ ਕੈਚ ਬਲੌਕ ਦੇ ਥਰੂ ਹੈਂਡਲ ਹੋਣਗੀਆਂ। The try statement allow you to define a block or code to be tested for error while it is being executed। ਮਤਲਬ ਜਦੋਂ ਪ੍ਰੋਗਰਾਮ ਚੱਲਦਾ ਪਿਆ, ਜਿਸ ਪਾਰਟ 'ਚ ਸਾਨੂੰ ਲੱਗਦਾ ਵੀ ਐਰਰ ਆਉਣ ਦੇ ਚਾਂਸ ਹੈ, ਉਸ ਨੂੰ ਅਸੀਂ ਟਰਾਈ ਦੇ ਵਿੱਚ ਲਿਖਾਂਗੇ, ਠੀਕ ਹੈ। ਅਗਰ ਇਹ ਪ੍ਰੋਗਰਾਮ ਠੀਕ ਹੈ, ਅਗਰ ਲਾਈਕ ਸਿੰਪਲ ਆਪਾਂ ਕਹਿੰਦੇ ਹਾਂ, ਆਪਾਂ ਇੱਕ ਟਰਾਈ ਬਲੌਕ ਬਣਾ ਲਿਆ ਜਿਸ 'ਚ ਸਾਨੂੰ 4 ਸਟੇਟਮੈਂਟਸ ਐਸੀਆਂ ਸੀ ਜਿਸ 'ਚ ਮੈਨੂੰ ਲੱਗਿਆ ਵੀ ਐਰਰ ਆ ਸਕਦਾ, ਉਹਨੂੰ ਮੈਂ ਟਰਾਈ ਦੇ ਵਿੱਚ ਲਿਖਤਾ, ਠੀਕ ਹੈ। ਉਸ ਦੇ ਨੀਚੇ ਹਮੇਸ਼ਾ ਟਰਾਈ ਦੇ ਨੀਚੇ ਇੱਕ ਬਲੌਕ ਹੋਣਾ ਚਾਹੀਦਾ, ਕੈਚ ਬਲੌਕ। ਇਹ ਕੈਚ ਬੇਸਿਕਲੀ ਕੀ ਹੈ? ਰਿਪਲੇਸਮੈਂਟ। ਜੇ ਇਸ 'ਚ ਐਰਰ ਹੈ, ਅਗਰ ਐਰਰ ਹੈ, ਟਰੂ ਹੈ, ਐਰਰ ਹੈ, ਤਾਂ ਉਸਨੇ ਕੀ ਚਲਾ ਦੇਣੀ ਹੈ? ਕੈਚ ਬਲੌਕ ਚਲਾ ਦੇਣਾ। ਅਗਰ ਐਰਰ ਨਹੀਂ ਹੈ, ਠੀਕ ਹੈ ਨਾ, ਫਿਰ ਉਸਨੇ ਕੈਚ ਬਲੌਕ ਨਹੀਂ ਚਲਾਣਾ ਹੈ। ਅਗਰ ਉਹ ਆਪਾਂ ਕਹਿੰਦੇ ਆ ਵਿਦਆਊਟ ਐਰਰ ਹੈ। ਹੁਣ ਨਾਮ ਤੋਂ ਹੀ ਕਲੀਅਰ ਹੈ, ਟਰਾਈ ਮਤਲਬ ਅਸੀਂ ਇਹ ਕੋਡ ਕੀ ਕਰ ਰਹੇ ਹਾਂ? ਟਰਾਈ ਕਰ ਰਹੇ ਹਾਂ। ਜੇ ਠੀਕ ਹੈ ਤਾਂ ਚਲਾਓ, ਜੇ ਨਹੀਂ ਠੀਕ ਤਾਂ ਉਹਦੀ ਜਗ੍ਹਾ ਕੀ ਚਲਾ ਦਿਓ? ਕੈਚ ਵਾਲਾ ਪਾਰਟ ਚਲਾ ਦਿਓ, ਠੀਕ ਹੈ ਨਾ। ਹੁਣ ਟੌਪਿਕ ਦਾ ਨਾਮ ਕੀ ਹੈ? ਐਕਸੈਪਸ਼ਨ ਹੈਂਡਲਿੰਗ। ਇਹ ਵੀ ਧਿਆਨ ਦੇਣ ਵਾਲਾ ਆ, ਐਕਸੈਪਸ਼ਨ ਰਿਮੂਵਿੰਗ ਨਹੀਂ ਹੈ। ਐਰਰਸ ਰਿਮੂਵ ਨਹੀਂ ਕੀਤੇ ਜਾਂਦੇ,
ਐਕਸੈਪਸ਼ਨ ਇਕੱਲੇ ਕੀ ਹੁੰਦੇ ਆ, ਹੈਂਡਲ ਹੋ ਰਹੇ ਆ, ਠੀਕ ਹੈ ਨਾ। ਮਤਲਬ ਜਿਹੜਾ ਇੱਥੇ ਦਾ ਇਸ ਜਗ੍ਹਾ ਤੇ ਐਰਰ ਆਇਆ ਸੀ, ਮੈਂ ਉਹਨੂੰ ਰਿਮੂਵ ਨਹੀਂ ਕੀਤਾ, ਕੇਵਲ ਮੈਂ ਉਸਦੀ ਕੀ ਦਿੱਤੀ ਹੈ, ਰਿਪਲੇਸਮੈਂਟ ਦਿੱਤੀ ਹੈ, ਉਸ ਨੂੰ ਕੇਵਲ ਕੀ ਕੀਤਾ, ਹੈਂਡਲ ਕੀਤਾ, ਠੀਕ ਹੈ ਨਾ। ਇਸੇ ਕਰਕੇ ਟੌਪਿਕ ਦਾ ਨਾਮ ਵੀ ਕੀ ਹੈ, ਐਕਸੈਪਸ਼ਨ ਹੈਂਡਲਿੰਗ ਹੈ, ਐਕਸੈਪਸ਼ਨ ਰਿਮੂਵਿੰਗ ਨਹੀਂ ਹੈ। ਹਮੇਸ਼ਾ ਕੋਈ ਵੀ ਲੈਂਗੁਏਜ ਹੈ ਉਹ ਐਕਸੈਪਸ਼ਨਸ ਨੂੰ ਹੈਂਡਲ ਕਰ ਸਕਦੀ ਹੈ, ਐਕਸੈਪਸ਼ਨਸ ਨੂੰ ਰਿਮੂਵ ਨਹੀਂ ਕਰ ਸਕਦੀ, ਠੀਕ ਹੈ ਨਾ। ਹੁਣ ਇਹਦੇ ਲਈ ਸਭ ਤੋਂ ਬੇਸਿਕ ਐਗਜ਼ਾਮਪਲ ਆਪਾਂ ਦੇਖਦੇ ਹੁੰਦੇ ਹਾਂ, ਡਿਵਾਈਡ ਬਾਈ ਜ਼ੀਰੋ ਐਰਰ, ਠੀਕ ਹੈ ਨਾ। ਤੁਸੀਂ ਹੋਰ ਵੀ ਲੈਂਗੁਏਜਸ 'ਚ ਦੇਖਿਆ ਹੋਣਾ ਹੈ, ਜਿਵੇਂ ਆਪਾਂ ਲਿਖਿਆ 10 ਡਿਵਾਈਡ ਬਾਈ 2, ਆਨਸਰ ਆ ਗਿਆ 5। ਜਦੋਂ ਲਿਖਿਆ 10 ਡਿਵਾਈਡ ਬਾਈ 0 ਤਾਂ ਇਹ ਕੀ ਆ ਗਿਆ, ਨੋਟ ਡਿਫਾਈਨ, ਠੀਕ ਹੈ ਨਾ। ਮਤਲਬ ਡਿਵਾਈਡ ਬਾਈ 0 ਡਿਫਾਈਨ ਨਹੀਂ ਕੀਤਾ ਹੋਇਆ ਕਾਫੀ ਪ੍ਰੋਗਰਾਮਿੰਗ ਲੈਂਗੁਏਜਸ ਦੇ ਵਿੱਚ, ਠੀਕ ਹੈ ਨਾ, ਵੀ ਡਿਵਾਈਡ ਬਾਈ 0 ਕੀ ਆਉਂਦਾ। ਹੁਣ ਇਸ ਦੇ ਅਕੋਰਡਿੰਗ ਦੇਖਦੇ ਹਾਂ ਆਪਾਂ, ਇੱਕ ਸਿੰਪਲ ਜੀ ਐਗਜ਼ਾਮਪਲ ਬਣਾਈ, ਸਪੋਜ਼ ਆਪਾਂ ਪਹਿਲਾਂ ਟਰਾਈ ਕੈਚ ਇਗਨੋਰ ਕਰਦੇ ਹਾਂ, ਇਸ ਨੂੰ ਹਾਂਜੀ ਲਿਖਦੇ ਹਾਂ। ਜੋ ਇੱਕ ਚੀਜ਼ ਹੋਰ ਆਪਾਂ ਡਿਸਕਸ ਕਰ ਲਈਏ ਇੱਥੇ, ਪਲੱਸ ਮਲਟੀਪਲਾਈ ਮਾਈਨਸ, ਜੋ ਐਕਸੈਪਸ਼ਨ ਹੈਂਡਲਿੰਗ ਨੂੰ ਯੂਜ਼ ਕਿਉਂ ਕਰਦੇ ਹਾਂ ਆਪਾਂ। ਸਪੋਜ਼ ਜੇ ਆਪਾਂ ਕਹੀਏ ਮੇਰਾ 1000 ਲਾਈਨਾਂ ਦਾ ਪ੍ਰੋਗਰਾਮ ਹੈ, ਠੀਕ ਹੈ ਨਾ, 1000 ਲਾਈਨਾਂ ਦਾ ਪ੍ਰੋਗਰਾਮ ਹੈ, ਇਸ ਪਾਰਟ 'ਚ ਮੈਨੂੰ ਲੱਗਦਾ ਵੀ ਐਰਰ ਹੈ ਜਾਂ ਐਕਸੈਪਸ਼ਨ ਆ ਸਕਦੀ ਹੈ, ਐਰਰ ਨਹੀਂ ਐਕਸੈਪਸ਼ਨ ਆ ਸਕਦੀ ਹੈ। ਦਿਸ ਮੀਨਸ ਅਗਰ ਮੈਂ ਉਸਨੂੰ ਹੈਂਡਲ ਨਹੀਂ ਨਾ ਕੀਤਾ, ਉਸਨੇ ਉਸ ਤੋਂ ਬਾਅਦ ਵਾਲੀਆਂ, ਸਪੋਜ਼ ਆਪਾਂ ਕਹੀਏ 10th ਲਾਈਨ ਦੇ ਵਿੱਚ ਐਰਰ ਹੈ, 990 ਲਾਈਨਾਂ ਉਹਨੇ ਚਲਾਉਣੀਆਂ ਨਹੀਂ, ਠੀਕ ਹੈ। ਅਗਰ ਉਸਨੂੰ ਐਕਸੈਪਸ਼ਨ ਨੂੰ ਹੈਂਡਲ ਕਰ ਲਿਆ, ਦਿਸ ਮੀਨਸ ਇਸ ਦੀ ਉਹਨੇ ਦੇ ਦੇਣੀ ਹੈ ਰਿਪਲੇਸਮੈਂਟ, ਜਿਹੜੀ ਅਸੀਂ ਦਿੱਤੀ ਹੋਊਗੀ ਵੀ ਇਹਦੀ ਜਗ੍ਹਾ ਇਹ ਚੱਲੇ, ਤੇ ਉਸਨੇ ਜਿਹੜੀ 990 ਲਾਈਨਾਂ ਬਾਅਦ ਵਾਲੀਆਂ ਉਸਨੇ ਉਹ ਐਗਜ਼ੀਕਿਊਟ ਕਰ ਦੇਣੀਆਂ, ਠੀਕ ਹੈ ਨਾ। ਐਕਸੈਪਸ਼ਨ ਹੈਂਡਲਿੰਗ ਦੀ ਜੋ ਆਪਾਂ ਜ਼ਰੂਰਤ ਸਮਝਦੇ ਹਾਂ ਜਾਂ ਕਿਉਂ ਆਪਾਂ ਵਰਤਦੇ ਹਾਂ, ਵੀ ਜਿਹੜੀਆਂ ਬਾਕੀ ਚੀਜ਼ਾਂ ਹੈ ਉਹ ਚੱਲੇ। ਜਿਵੇਂ ਹੁਣ ਆਪਣਾ ਆਪਰੇਟਿੰਗ ਸਿਸਟਮ ਹੈ, ਵਿੰਡੋਜ਼ ਹੈ ਜਾਂ ਐਂਡਰੋਇਡ ਹੈ, ਕੋਈ ਮੋਬਾਈਲ ਐਪਸ ਹੈ, ਉਹਨਾਂ ਦੇ ਵਿੱਚ ਐਕਸੈਪਸ਼ਨ ਹੈਂਡਲਿੰਗ ਬਹੁਤ ਹਾਈ ਲੈਵਲ ਤੇ ਹੁੰਦੀ ਹੈ, ਮਤਲਬ ਐਰਰਸ ਨੂੰ ਆਪਣੇ ਆਪ ਹੀ ਦੂਰ ਕਰਦਾ ਰਹਿੰਦਾ ਹੈ। ਜੇ ਕੋਈ ਐਰਰ ਦੂਰ ਨਹੀਂ ਹੁੰਦਾ ਤਾਂ ਉਹਨੂੰ ਟਰਮੀਨੇਟ ਕਰ ਦਿੰਦਾ ਹੈ। ਕਦੀ ਕਦੀ ਆਪਾਂ ਦੇਖਿਆ ਹੋਣਾ, ਅਸੀਂ ਪ੍ਰੋਗਰਾਮ ਖੋਲ੍ਹੇ ਹੋਏ ਆ, ਕੋਈ ਇੱਕ ਪ੍ਰੋਗਰਾਮ ਆਪਣੇ ਆਪ ਬੰਦ ਹੋ ਜਾਂਦਾ ਹੈ, ਜਾਂ ਕੋਈ ਇੱਕ ਐਪ, ਗੇਮਾਂ ਗੂਮਾਂ ਖੇਡਦੇ ਆ, ਕਦੀ ਕਦੀ ਕੋਈ ਗੇਮ ਆਪਣੇ ਆਪ ਕਲੋਜ਼ ਹੋ ਜਾਂਦੀ ਹੈ। ਦਿਸ ਮੀਨਸ ਉਸ ਤੋਂ ਉਹ ਐਕਸੈਪਸ਼ਨ ਹੈਂਡਲ ਨਹੀਂ ਕੀਤੀ, ਜਾਂ ਉਹਨੇ ਉਸ ਨੂੰ ਕੁਛ ਹੈਂਡਲ ਕੀਤਾ ਵੀ ਹੋਇਆ। ਅਗਰ ਸਪੋਜ਼ ਆਪਾਂ ਐਂਡਰੋਇਡ ਦੀ ਗੱਲ ਕਰੀਏ, ਮੋਬਾਈਲ ਦੀ ਗੱਲ ਹੀ ਕਰੀਏ, ਜੇ ਉਸ 'ਚ ਐਕਸੈਪਸ਼ਨ ਹੈਂਡਲਿੰਗ ਨਾ ਕੀਤੀ ਹੋਵੇ ਤਾਂ ਆਪਣਾ ਫੋਨ ਰੀਸਟਾਰਟ ਹੀ ਹੁੰਦਾ ਰਹੇ ਬਾਰ-ਬਾਰ, ਮਤਲਬ ਕੋਈ ਐਰਰ ਆਇਆ ਨਾਲ ਹੀ ਬੰਦ, ਕੋਈ ਐਰਰ ਆਇਆ ਨਾਲ ਹੀ ਬੰਦ। ਹੁਣ ਉਹ ਕੀ ਕਰਦਾ, ਉਸ ਨੂੰ ਇਗਨੋਰ ਕਰ ਕਰਕੇ ਬਾਕੀ ਚੀਜ਼ਾਂ ਸਹੀ ਚਲਾਉਂਦਾ ਰਹਿੰਦਾ। ਹੁਣ ਇਸ ਕੇਸ 'ਚ ਆਪਾਂ ਦੇਖੀਏ ਪ੍ਰੋਗਰਾਮ ਦੇ, ਆਪਾਂ A ਤੇ B ਦੀ ਦੋ ਵੈਲਿਊਜ਼ ਲਈ, ਕਮਾਂਡ ਲਾਈਨ ਆਰਗੂਮੈਂਟ ਤੋਂ ਇਨਪੁਟ ਕਰਾਈ, ਉਹਨਾਂ ਦਾ ਡਿਵੀਜ਼ਨ ਪ੍ਰਿੰਟ ਕਰਤਾ ਹੈ, ਸਮ, ਪ੍ਰੋਡਕਟ, ਮਾਈਨਸ, ਉਹਨਾਂ ਦਾ ਸਾਰੀ ਵੈਲਿਊਜ਼ ਆਪਾਂ ਪ੍ਰਿੰਟ ਕਰ ਰਹੇ ਹਾਂ। CD ਅਸੀਂ ਨਾਮ ਕੀ ਟੈਸਟ 6 ਡਾਟ ਜਾਵਾ, ਜਾਵਾ ਟੈਸਟ 6, ਸੌਰੀ ਆਪਾਂ ਐਕਸੈਪਸ਼ਨ ਕੀ ਆ ਗਈ, ਐਰੇਡ ਇੰਡੈਕਸ ਆਊਟ ਆਫ ਬਾਉਂਡ ਐਕਸੈਪਸ਼ਨ, ਕਿਉਂਕਿ ਆਪਾਂ ਇੱਥੇ ਕੀ ਵੈਲਿਊਜ਼ ਦੇਣੀਆਂ ਸੀ ਨਾ, ਮੈਂ 44 ਤੇ 11 ਦੇਤਾ। ਉਸਨੇ ਕੀ ਪ੍ਰਿੰਟ ਕਰਦਾ ਹੈ, ਡਿਵੀਜ਼ਨ 4, ਸਮ 55, ਮਲਟੀਪਲਾਈ 484 ਤੇ ਸਬਟਰੈਕਸ਼ਨ 33, ਦੈਨ ਰੈਸਟ ਆਫ ਕੋਡ ਜੋ ਆਪਣਾ ਬਾਕੀ ਕੋਡ ਹੋ ਸਕਦਾ ਹੈ।
अगर मैं इत्थे लिखदा 0, ठीक है, हुण 44 ते एक 0 है, एरर किस लाइन च है, इस लाइन च एरर है। की चीज़ नहीं हो सकती, डिवीजन नहीं हो सकती, बट यह तो हो ही सकता ना, सम भी हो सकता है, मल्टीप्लाई भी हो सकता है, ते माइनस भी हो सकता है। क्लीयर है ना ये चीज़ भी? प्रॉब्लम कली एक लाइन च है, इस लाइन च, केवल इस लाइन च प्रॉब्लम है, होर किसी लाइन च प्रॉब्लम नहीं है, ठीक है। बट थल्ले वाला प्रोग्राम तो ठीक है। हुण मैनू पता लग गया भी अगर मैं बी की वैल्यू 0 पाना है तो यही इस लाइन करके मेरा सारा प्रोग्राम रुक जाता है। सो मैं इस लाइन नू की करूँगा, ट्राई दे विच लिखांगे आपां इस लाइन, जिहड़ा इन्ना पार्ट है, इस पार्ट च एरर आ सकता है ना, जिहड़ा डिवीजन है उस च आपां लिखता है डिवीजन ट्राई, मतलब अगर ठीक है तो यह चले, अगर नहीं ठीक, एक्सेप्शन भी लिख देता है, अगर नहीं ठीक तो मैं इसे लिखता है कुछ मैसेज लगाता है b is 0, सो c is equal to 10 ਜਾਂ 1, जो भी ਅਸੀਂ रिप्लेसमेंट देनी है c ਦੀ ਉਹ ਆਪਾਂ ਇੱਥੇ ਲਿਖ ਲੈਂਦੇ, ठीक है। ਹੁਣ ਮੈਨੂੰ ਪਤਾ ਲੱਗ ਗਿਆ ਵੀ ਇਸ ਲਾਈਨ 'ਚ ਐਰਰ ਆ ਸਕਦਾ, ਐਕਸੈਪਸ਼ਨ ਆ ਸਕਦੀ ਹੈ ਵੀ ਜੇ b ਦੀ ਵੈਲਿਊ 0 ਹੈ ਤਾਂ ਇਸ ਲਾਈਨ 'ਚ ਪ੍ਰੋਬਲਮ ਹੋਊਗੀ। ਉਸ ਨੂੰ ਮੈਂ ਕਿਸ 'ਚ ਲਿਖ ਲਿਆ, ਟਰਾਈ ਦੇ ਵਿੱਚ, ਤੇ ਇਸ ਦੀ ਰਿਪਲੇਸਮੈਂਟ ਉਹ ਕਿਸ 'ਚ ਲਿਖ ਲਈ, ਕੈਚ ਦੇ ਵਿੱਚ। ਜੇ ਇਹ ਠੀਕ ਹੈ, ਇਫ ਐਰਰ ਨਹੀਂ ਹੈ ਫਿਰ ਤਾਂ ਇਹ ਚੱਲੂਗਾ, ਇਫ ਐਰਰ ਐਗਜ਼ਿਸਟ ਦੈਨ ਕਿਹੜਾ ਚੱਲੂਗਾ, ਆਪਣਾ ਕੈਚ ਚੱਲੂਗਾ। ਹੁਣ ਆਪਾਂ ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ। (4411) आंसर किया गया 4, 55, 484, 33, बिल्कुल ओके है, जो अपन चाहिए सी जैसा वैसा ही आंसर है। अगर मैं हूँ इतने पा दा 1 0, 44 ते 0, उसने डिवाइड वाले ते की चलाता है, हूँ इस पॉइंट ते उसने इसनों नहीं चलाया, उन्हें किसनों चलाता है, कैच नूं चलाता है, तो उत्थे की देता b is 0, सो c is equal to 1, जो भी तुसी वैल्यू लिखनी है, c is इनफाइनाइट, c is नॉट कैलकुलेटेबल, या जो भी आप लिखना है वो आप इतने मैसेज लगा सकते हैं, ठीक है। ईवन मैं इतने डायरैक्टली ई भी लिख सकता, वर्ड ई मतलब वो अपने आप ही दस दिंदा मैसेज की हो सकता है। ठीक है, उसने लिखता java.lang.arithmetic एक्सैप्शन जी है डिवाइड बाय 0, मीनस उसने उसकी रिप्लेसमेंट देती तो बाकी कोड सही चलाया। एक्सैप्शन हैंडलिंग का मेन मोटिव की है भी जिस पार्ट च एरर है उसकी रिप्लेसमेंट दो, प्रोग्रामर दवे, तो जोड़ा बाकी कोड है वो चलता रहे। एक बार कन्फर्म करो ये क्लीयर है ना, टॉपिक माड़ा या छोटा जिहा टॉपिक है कि एक्सैप्शन हैंडलिंग ने कीता की है, ट्राई कैच के थ्रू आप इंप्लीमेंट की है। जिस कोड च सानू लगता भी एरर आ सकता है उसनू असीं लिखांगे ट्राई दे विच, अगर एरर है फिर कैच ब्लॉक चल पूगा जो उसकी रिप्लेसमेंट हो सकती है, अगर एरर नहीं है फिर उसनू ट्राई नूं कंटिन्यू करो, ठीक है ना। जो अपना एक्सैप्शन हैंडलिंग किवें हैंडल हुंदी है, एक्सैप्शन हैंडलिंग आपां किवें चल रही है, ट्राई एंड कैच दे नाल, ठीक है ना, ट्राई स्टेटमेंट ते कैच स्टेटमेंट, क्लीयर है। हुण इस दे विच अगर आपां होर देखिए जो क्लासिस है जिन्नियां एक्सैप्शनस है ये सारियां दी बेस एक्सैप्शनस क्लासिस बहुत है। लाइक जिमें आप सिंपल एक गल करिए, अर्थमैटिक एक्सैप्शन एक सब तो कॉमन है जिहड़ी अपनी आई सी डिवाइड बाय 0 एरर। होर है एक्सैप्शन की हो सकती है, नंबर फॉर्मैट एक्सैप्शन, नंबर फॉर्मैट एक्सैप्शन लाइक जिमें हुण आपां इस एग्जाम्पल नूं देख लीए, इत्थे मैं लिखता राम 23, ठीक है, ये किहड़ी है, नंबर फॉर्मैट एक्सैप्शन है क्योंकि आप नंबर ही गलत देते। क्लीयर है ना पॉइंट भी, आप देने सी नंबर, आप उत्थे लिखता राम या 33, दिस मीनस यह लाइन भी ट्राई च आनी चाहिए है, इसनों भी मैं ट्राई च लिखता, फिर देखते हैं की हुंदा, इसनों भी मैं ट्राई च लिखता। हुण आपां ये वैल्यू पा के देखांगे, पहला कंपाइल करांगे, सेम यही वैल्यू पाने हैं। हुण की आ गया देखो, नंबर फॉर्मैट एक्सैप्शन,
ठीक है, ਕਿਹੜੀ RAM, ਉਸਨੇ ਇਸ ਦੀ ਰਿਪਲੇਸਮੈਂਟ ਦੇਤੀ ਤੇ ਬਾਕੀ ਕੋਡ ਜਿਹੜਾ ਆ ABC ਦੀ ਉਹਨੇ ਡਿਫਾਲਟ ਵੈਲਿਊ ਮੰਨ ਕੇ 000 ਉਸਨੇ ਉਸਨੂੰ ਚਲਾਤਾ। ਠੀਕ ਹੈ ਨਾ। ਅਗਰ ਆਪਾਂ ਇਸ ਨੂੰ ਟਰਾਈ ਕੈਚ 'ਚ ਨਹੀਂ ਲਿਖਿਆ ਸੀ, ਫਿਰ ਕੀ ਹੋਇਆ ਸੀ ਮੇਰਾ ਪ੍ਰੋਗਰਾਮ, ਫਿਰ ਮੇਰਾ ਪ੍ਰੋਗਰਾਮ ਐਗਜ਼ੀਕਿਊਟ ਨਹੀਂ ਹੋਇਆ ਸੀ, ਫਿਰ ਤਾਂ ਮੇਰਾ ਡਾਇਰੈਕਟਲੀ ਜਿਹੜਾ ਪ੍ਰੋਗਰਾਮ ਹੈ ਉਹ ਟਰਮੀਨੇਟ ਹੀ ਹੋ ਗਿਆ ਸੀ। ਜਿਵੇਂ ਆਪਾਂ ਕਹਿੰਦੇ ਨਾ ਕੰਪਿਊਟਰ ਸ਼ਟ ਡਾਊਨ ਹੀ, ਸਿੱਧਾ ਹੀ ਡਾਇਰੈਕਟਲੀ ਸ਼ਟ ਡਾਊਨ ਹੀ ਹੋ ਗਿਆ, ਅੱਧ ਤੋਂ ਹੀ ਵਾਪਸ ਮੁੜ ਗਿਆ ਉਹ ਪ੍ਰੋਗਰਾਮ। ਠੀਕ ਹੈ, ਇਹ ਚੀਜ਼ ਹੈ। ਹੁਣ ਇਸ ਦੇ ਵਿੱਚ ਅਰਥਮੈਟਿਕ ਐਕਸੈਪਸ਼ਨ, ਨਲ ਪੁਆਇੰਟਰ ਐਕਸੈਪਸ਼ਨ। ਨਲ ਪੁਆਇੰਟਰ ਐਕਸੈਪਸ਼ਨ ਬੇਸਿਕਲੀ ਆਪਾਂ ਫਾਈਲ ਨੋਟ ਫਾਊਂਡ ਹੋ ਸਕਦਾ ਹੈ, ਵੀ ਆਪਾਂ ਫਾਈਲ ਕੋਈ ਲੱਭ ਰਹੇ ਹੈ, ਠੀਕ ਹੈ, ਉਹ ਨਹੀਂ ਮਿਲ ਰਹੀ। ਇੰਡੈਕਸ ਆਊਟ ਆਫ ਬਾਊਂਡ ਐਕਸੈਪਸ਼ਨ, ਆਪਾਂ ਉਹਨੀ ਐਗਜ਼ਾਮਪਲ ਕਰਾਂਗੇ ਵੀ ਐਰੇ, ਜਿਵੇਂ ਆਪਾਂ ਕਹਿੰਦੇ ਹਾਂ ਸੀ ਜਿਹੜੀ C++ ਹੈ, ਟਰਬੋ C++ ਹੈ, ਉਸ 'ਚ ਬਾਊਂਡ ਚੈਕਿੰਗ ਹੁੰਦੀ ਨਹੀਂ। ਇੰਡੈਕਸ ਆਊਟ ਆਫ ਬਾਊਂਡ ਐਕਸੈਪਸ਼ਨ ਦੇ ਨਾਲ ਬਾਊਂਡ ਚੈਕਿੰਗ ਹੁੰਦੀ ਹੈ। ਮਤਲਬ ਅਗਰ ਮੈਂ ਲਿਖਿਆ int A10, ਦਿਸ ਮੀਨਸ ਇੰਡੈਕਸ ਵੇਰੀ ਕਰਨਾ ਚਾਹੀਦਾ 0 ਤੋਂ 9 ਤੱਕ। ਇੰਡੈਕਸ ਬਾਊਂਡ ਆਫ ਇਹ ਉਸਨੂੰ ਚੈੱਕ ਕਰਦਾ। ਇਹ ਐਰੇ ਦਾ ਵੀ ਹੋ ਸਕਦਾ ਹੈ ਤੇ ਸਟ੍ਰਿੰਗ ਦਾ ਵੀ ਹੋ ਸਕਦਾ ਹੈ। ਦੈਨ ਕਲਾਸ ਨੋਟ ਫਾਊਂਡ ਐਕਸੈਪਸ਼ਨ ਹੈ, SQL ਐਕਸੈਪਸ਼ਨ ਹੈ, IO ਐਕਸੈਪਸ਼ਨ ਹੈ, ਇਨਪੁਟ ਆਊਟਪੁੱਟ ਜੋ ਆਪਾਂ ਸਕੈਨਰ ਦੇ ਨਾਲ ਯੂਜ਼ ਕਰਦੇ ਹਾਂ ਜਾਂ ਬਫਰ ਰੀਡਰ ਦੇ ਨਾਲ ਯੂਜ਼ ਕਰਦੇ ਹਾਂ। ਠੀਕ ਹੈ, ਹੁਣ ਇਹਨਾਂ ਸਾਰਿਆਂ ਦੀ ਬੇਸ ਕਲਾਸ ਕਿਹੜੀ ਹੈ? ਐਕਸੈਪਸ਼ਨ। ਜਾਂ ਤਾਂ ਮੈਂ ਇਹਨਾਂ ਚੋਂ ਕਿਸੇ ਇੱਕ ਦਾ ਆਬਜੈਕਟ ਬਣਾ ਲਾਂ, ਜਾਂ ਮੈਂ ਇਕੱਲਾ ਐਕਸੈਪਸ਼ਨ ਦਾ ਆਬਜੈਕਟ ਬਣਾ ਲਾਂ। ਜੇ ਮੈਂ ਇਕੱਲਾ ਐਕਸੈਪਸ਼ਨ ਦਾ ਆਬਜੈਕਟ ਬਣਾ ਰਿਹਾ, ਉਹ ਸਾਰਿਆਂ ਨੂੰ ਹੈਂਡਲ ਕਰੂਗਾ, ਹਰ ਇੱਕ ਟਾਈਪ ਨੂੰ। ਈਵਨ ਮੈਂ ਇਸ ਦਾ ਵੀ ਆਬਜੈਕਟ ਬਣਾ ਸਕਦਾ, ਅਰਥਮੈਟਿਕ ਐਕਸੈਪਸ਼ਨ। ਜਿੱਥੇ ਇਹ ਪ੍ਰੋਗਰਾਮ ਹੈ, ਜਿੱਥੇ ਮੈਂ ਇਹ ਐਕਸੈਪਸ਼ਨ ਲਿਖਿਆ, ਇੱਥੇ ਮੈਂ ਅਰਥਮੈਟਿਕ ਐਕਸੈਪਸ਼ਨ ਵੀ ਲਿਖ ਸਕਦਾ, ਜਦੋਂ ਮੈਨੂੰ ਪਤਾ ਵੀ ਇਕੱਲੀ ਅਰਥਮੈਟਿਕ ਐਕਸੈਪਸ਼ਨ ਹੀ ਆ ਸਕਦੀ ਹੈ। ਠੀਕ ਹੈ, ਇਹ javapoints.com ਤੋਂ ਫਿਗਰ ਲਈ ਹੈ, ਤੁਸੀਂ ਉਸ 'ਚੋਂ ਦੇਖ ਵੀ ਸਕਦੇ ਇਹ। ਦੈਨ ਹੁਣ ਜਿਹੜੀ ਇਹਦੇ ਅਕੋਰਡਿੰਗ ਜੋ ਆਪਣੀ ਐਕਸੈਪਸ਼ਨਸ ਹੈ, ਉਹ ਬੇਸਿਕਲੀ ਦੋ ਤਰ੍ਹਾਂ ਦੀ ਹੁੰਦੀ ਹੈ, ਚੈੱਕਡ ਤੇ ਅਨਚੈੱਕਡ। ਚੈੱਕਡ ਐਕਸੈਪਸ਼ਨ ਤੇ ਅਨਚੈੱਕਡ ਐਕਸੈਪਸ਼ਨ। ਬਟ ਓਰੈਕਲ ਦੇ ਅਕੋਰਡਿੰਗ ਉਹ ਤਿੰਨ ਤਰ੍ਹਾਂ ਦੀ ਹੈ, ਚੈੱਕਡ, ਅਨਚੈੱਕਡ ਤੇ ਐਰਰ। ਲਾਈਕ ਇਹੀ ਫਿਗਰ ਅਗਰ ਆਪਾਂ ਦੇਖੀਏ ਉੱਪਰ ਵਾਲੀ, ਉਹਨਾਂ ਦੇ ਅਕੋਰਡਿੰਗ ਜਿਹੜੀਆਂ ਆਪਣੀਆਂ ਅਨਚੈੱਕਡ ਐਕਸੈਪਸ਼ਨ ਹੈ, the classes which inherit runtime exception are known as unchecked exceptions। ਜਿਹੜੀਆਂ ਕਿਸ ਤੋਂ ਇਨਹੈਰਿਟਿਡ ਹੈ? ਜਿਹੜੀਆਂ ਰਨ ਟਾਈਮ ਇਸ ਕਲਾਸ ਤੋਂ ਇਨਹੈਰਿਟਿਡ ਹੈ, ਰਨ ਟਾਈਮ ਐਕਸੈਪਸ਼ਨ ਕਲਾਸ ਤੋਂ ਇਨਹੈਰਿਟਿਡ ਹੈ, ਜਿਵੇਂ ਇਹ ਤਾਂ ਹੈਗੀਆਂ ਅਨਚੈਕਡ। ਤੇ ਜਿਹੜੀਆਂ ਡਾਇਰੈਕਟਲੀ ਥਰੋਏਬਲ ਦੇ ਥਰੂ ਐਕਸੈਪਸ਼ਨ ਕਲਾਸ ਤੋਂ ਇਨਹੈਰਿਟਿਡ ਹੈ, ਉਹ ਕਿਹੜੀਆਂ ਆ? ਆਪਣੀਆਂ ਚੈੱਕਡ ਐਕਸੈਪਸ਼ਨ। ਠੀਕ ਹੈ ਨਾ, ਇਹ ਚੈੱਕਡ ਹੈ, ਇਹ ਅਨਚੈੱਕਡ ਹੈ। ਦੈਨ ਕੁਝ ਐਰਰਸ ਵੀ ਹੈ, ਲਾਈਕ ਓਰੈਕਲ ਸੈਟ ਕਿ ਤਿੰਨ ਤਰ੍ਹਾਂ ਦੀ ਐਕਸੈਪਸ਼ਨਸ ਹੋ ਸਕਦੀਆਂ, ਸਟੈਕ ਓਵਰਫਲੋ ਐਰਰ, ਵਰਚੁਅਲ ਮਸ਼ੀਨ ਐਰਰ, ਆਊਟ ਆਫ ਮੈਮਰੀ ਐਰਰ। ਜਿਹੜੇ ਚੈੱਕਡ ਤੇ ਅਨਚੈੱਕਡ ਹੈ, ਇਹ ਸਾਡੇ ਪ੍ਰੋਗਰਾਮ ਕਰਕੇ ਹੋ ਸਕਦੇ ਹੈ, ਇਹ ਸਾਡੇ OS ਕਰਕੇ ਹੋ ਸਕਦੇ ਆ। ਮਤਲਬ ਕੰਪਿਊਟਰ ਦੇ ਵਿੱਚ ਹੀ ਕੋਈ ਆ ਗਈ, ਵੀ ਕੰਪਿਊਟਰ ਦਾ ਸਟੈਕ ਫੁੱਲ ਹੋ ਗਿਆ, ਕੰਪਿਊਟਰ ਦੀ ਵਰਚੁਅਲ ਮੈਮਰੀ ਫੁੱਲ ਹੋ ਗਈ, ਕੰਪਿਊਟਰ ਦੀ ਮੈਮਰੀ ਹੀ ਫੁੱਲ ਹੋ ਗਈ, ਉੱਥੇ ਸਾਡੇ ਪ੍ਰੋਗਰਾਮ ਦੀ ਗਲਤੀ ਨਹੀਂ ਹੈ। ਠੀਕ ਹੈ ਨਾ, ਸਾਡੇ ਪ੍ਰੋਗਰਾਮ ਦੀ ਇਨਪੁਟ ਆਊਟਪੁੱਟ 'ਚ ਗਲਤੀ ਨਹੀਂ ਹੈ, ਉੱਥੇ ਸਾਡੇ ਕੰਪਿਊਟਰ ਕਰਕੇ ਉਹ ਐਰਰ ਆਇਆ। ਠੀਕ ਹੈ ਨਾ, OS ਕਰਕੇ ਜਾਂ ਐਰਰ ਆਇਆ, ਉਹਦਾ ਐਰਰ ਦਾ ਪਾਰਟ ਹੋ ਗਿਆ। ਦੈਨ ਚੈੱਕਡ ਜਿਹੜੀਆਂ ਐਕਸੈਪਸ਼ਨ ਤੋਂ ਇਨਹੈਰਿਟਿਡ ਹੈ, ਅਨਚੈੱਕਡ ਜਿਹੜੇ ਰਨ ਟਾਈਮ ਐਕਸੈਪਸ਼ਨ ਕਲਾਸ ਤੋਂ ਇਨਹੈਰਿਟਿਡ ਹੈ। ਕਲਾਸਿਸ ਵਿਚ ਆਰ inherited directly from runtime exception are known as unchecked exception, like arithmetic exception, null pointer exception, array index out of bound exception, etc. Similarly, checked exception, the classes which directly inherit throwable class except runtime exception, ਜਿਹੜੀ runtime exception ਤੋਂ ਨਹੀਂ inherited, ਠੀਕ ਹੈ ਨਾ, throwable ਤੋਂ inherited ਹੋ ਸਕਦੀਆਂ, ਜਿਵੇਂ ਇਹ ਹੈ। ਇਹ ਕਿਹੜੀ ਆ ਗਈ ਆਪਣੀਆਂ checked ਤੇ unchecked, ਜਿਵੇਂ ਮੈਮਰੀ ਵਗੈਰਾ। ਠੀਕ ਹੈ, ਇਹ exception ਦੀਆਂ types ਹੈ। ਹੁਣ ਜਿਹੜੀਆਂ ਆਪਣੇ ਕੋਲ ਜਿਹੜੇ ਬਲੌਕਸ ਹੈ, ਇੱਕ ਟਰਾਈ ਦੇ ਵਿੱਚ ਅਗਰ ਆਪਾਂ ਦੇਖੀਏ, ਇੱਕ ਟਰਾਈ ਦੇ ਨਾਲ ਇੱਕ ਲਿਖਿਆ ਟਰਾਈ, ਇੱਕ ਟਰਾਈ ਬਲੌਕ ਹੈ, ਉਸ ਦੇ ਨਾਲ ਮਲਟੀਪਲ ਕੈਚ ਬਲੌਕਸ ਹੋ ਸਕਦੇ ਆ। ਇੱਕ ਟਰਾਈ ਦੇ ਨਾਲ ਮਲਟੀਪਲ ਕੈਚ ਬਲੌਕਸ ਹੋ ਸਕਦੇ ਆ, 2 3 4 ਜਿੰਨੇ ਮਰਜ਼ੀ। ਠੀਕ ਹੈ, ਇਸ ਦੀ ਜ਼ਰੂਰਤ ਕਦੋਂ ਪੈਂਦੀ ਹੈ? ਜਦੋਂ ਮੈਂ 3 ਕੈਚ ਬਲੌਕ ਬਣਾਤੇ। ਦਿਸ ਮੀਨਸ ਇਸ 'ਚ 3 ਤਰ੍ਹਾਂ ਦੇ ਐਰਰ ਹੋ ਸਕਦੇ ਆ। ਤਾਂ ਮੈਨੂੰ ਕਿੰਨੇ ਕੈਚ ਬਲੌਕ ਬਣਾਉਣੇ ਪੈ ਗਏ? 3 ਕੈਚ ਬਲੌਕ ਬਣਾਉਣੇ ਪੈ ਗਏ। ਜਿੰਨੇ ਟਾਈਪਸ ਦੀਆਂ ਸਾਨੂੰ ਲੱਗਦੀਆਂ ਵੀ ਐਕਸੈਪਸ਼ਨਸ ਹੋ ਸਕਦੀਆਂ,
ਆਪਾਂ ਉਹਨੇ ਕੈਚ ਬਲੌਕ ਬਣਾ ਸਕਦੇ ਹਾਂ, ਜਿਹਨੂੰ ਕੀ ਕਹਿੰਦੇ ਆਪਾਂ ਮਲਟੀਪਲ ਕੈਚ ਸਟੇਟਮੈਂਟਸ। ਮਤਲਬ ਇੱਕ ਟਰਾਈ ਦੇ ਨਾਲ, ਇੱਕ ਟਰਾਈ ਬਲੌਕ ਦੇ ਨਾਲ ਮਲਟੀਪਲ ਕੈਚ ਸਟੇਟਮੈਂਟਸ ਹੋ ਸਕਦੀਆਂ। ਇੱਕ ਟਰਾਈ ਹੈ ਆਪਣਾ, ਟਰਾਈ ਬਲੌਕ ਹੈ, ਉਹਦੇ ਨਾਲ ਜਿਹੜੇ ਕੈਚ ਹੈ ਉਹ ਜ਼ਰੂਰੀ ਨਹੀਂ ਵੀ ਇੱਕ ਹੋਵੇ, ਇੱਕ ਤੋਂ ਜ਼ਿਆਦਾ ਵੀ ਹੋ ਸਕਦੇ, ਠੀਕ ਹੈ। ਪਲੱਸ ਇੱਕ ਆਪਸ਼ਨਲ ਬਲੌਕ ਹੈ ਫਾਈਨਲੀ ਬਲੌਕ। ਫਾਈਨਲੀ ਬਲੌਕ is a block that is used to execute important code such as closing connection stream etc. The finally block is always executed whether exception is handled or not। ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਫਾਈਨਲੀ ਬਲੌਕ ਆਪਸ਼ਨਲ ਹੈ, ਹੋਊਗਾ ਟਰਾਈ ਕੈਚ ਦੇ ਨਾਲ ਹੀ, ਜਾਂ ਕੈਚਿਸ ਤੋਂ ਬਾਅਦ ਹੋਊਗਾ ਸਾਰੀਆਂ, ਜਾਂ ਕੈਚਿਸ ਤੋਂ ਪਹਿਲਾਂ ਹੋ ਸਕਦਾ ਹੈ। ਇਸ ਦੇ ਵਿੱਚ ਉਹ ਕੋਡ ਲਿਖਣਾ ਹੈ ਜਿਹੜਾ ਅਸੀਂ ਹਮੇਸ਼ਾ ਚਲਾਉਣਾ ਚਾਹੁੰਦੇ ਹਾਂ, ਜਿਹੜਾ ਜ਼ਰੂਰ ਚੱਲੇ, ਠੀਕ ਹੈ ਨਾ। ਚਾਹੇ ਐਕਸੈਪਸ਼ਨ ਆ ਰਹੀ ਹੈ, ਚਾਹੇ ਨਹੀਂ ਆ ਰਹੀ, ਚਾਹੇ ਹੈਂਡਲ ਹੋ ਰਹੀ ਹੈ, ਚਾਹੇ ਨਹੀਂ ਹੋ ਰਹੀ, ਜੋ ਚੀਜ਼ ਅਸੀਂ ਫਾਈਨਲੀ 'ਚ ਲਿਖਤਾ ਉਹ ਚੀਜ਼ ਚੱਲੂਗੀ ਹੀ ਚੱਲੂਗੀ। ਸਭ ਤੋਂ ਕਾਮਨ ਐਗਜ਼ਾਮਪਲ ਜਿਹੜੀ ਮੈਂ ਸਟੂਡੈਂਟ ਨੂੰ ਦੱਸਦਾ ਹੁੰਦਾ ਹੈ ਉਹ ਇਹੀ ਹੈ, ਜਿਵੇਂ ਕਦੀ ਕਦੀ ਕੀ ਹੁੰਦਾ, ਆਪਾਂ ATM ਮਸ਼ੀਨ 'ਚ ਗਏ, ATM ਕਾਰਡ ਵੀ ਪਾਇਆ, ਪਿਨ ਵੀ ਪਾਇਆ, ਸਾਰਾ ਕੁਝ ਠੀਕ ਹੈ, ਪੈਸੇ ਵੀ ਭਰਤੇ, ਓਕੇ ਵੀ ਕਰਤਾ ਹੈ, ਉੱਥੇ ਮਸ਼ੀਨ ਰੁਕ ਗਈ ATM, ਠੀਕ ਹੈ ਨਾ। ਹੁਣ ਸਾਨੂੰ ਕੀ ਪਤਾ ਵੀ ਅੰਦਰ ਮਸ਼ੀਨ ਦੇ ਕੀ ਚੱਲ ਰਿਹਾ, ਸਾਨੂੰ ਆਪਾਂ ਬਟਨ ਪ੍ਰੈਸ ਕਰ ਰਹੇ ਹਾਂ, ਕਦੀ ਕੈਂਸਲ, ਕਦੀ 1 2 3 ਕੁਛ ਮਰਜ਼ੀ ਕਰੀ ਜਾਓ, ਕਲੀਅਰ, ਠੀਕ ਹੈ ਨਾ, ਪਰ ਮਸ਼ੀਨ ਉੱਥੇ ਰੁਕੀ ਪਈ ਹੈ। ਹੁਣ ਸਾਡਾ ਡਰ ਕੀ ਹੈ ਵੀ ਜਦੋਂ ਮੈਂ ਕਾਰਡ ਕੱਢ ਕੇ ਬਾਹਰ ਨਿਕਲੂੰਗਾ, ਹੋ ਸਕਦਾ 1-2 ਮਿੰਟ ਬਾਅਦ ਪੈਸੇ ਨਿਕਲ ਜਾਣ ਵਿੱਚੋਂ ਬਾਹਰ, ਓਬਵੀਅਸ ਹੈ, ਚਾਂਸ ਵੀ ਹੈ। ਉਸ ਜਗ੍ਹਾ ਤੇ ਉਹਨਾਂ ਨੇ ਇੱਕ ਫਾਈਨਲੀ ਬਲੌਕ ਲਗਾਇਆ ਹੋ ਸਕਦਾ ਹੈ, ਜਿਹੜਾ ਕੀ ਕਰੇ, ਕੁਝ ਸੈਕਿੰਡ, 30 ਸੈਕਿੰਡ ਜਾਂ 1 ਮਿੰਟ ਬਾਅਦ ਜਿੰਨਾ ਵੀ ਕੰਪਿਊਟਰ ਉਹਦੇ ਵਿੱਚ, ਜਿੰਨਾ ਵੀ ਸਾਡਾ ਯੂਜ਼ਰ ਨੇਮ ਪਾਸਵਰਡ ਸੇਵ ਹੈ, ਸਾਡੀ ਟ੍ਰਾਂਜੈਕਸ਼ਨ ਸੇਵ ਹੈ, ਉਹਨੂੰ ਕਲੀਅਰ ਕਰ ਦੇ। ਮਤਲਬ ਇਸ ਚੀਜ਼ ਨੂੰ ਅਵੋਇਡ ਕਰਨ ਲਈ ਵੀ ਕਿਤੇ ਪੈਸੇ ਬਾਅਦ ਚੋਂ ਨਾ ਨਿਕਲ ਆਵੇ, ਠੀਕ ਹੈ ਨਾ। ਉੱਥੇ ਸਾਡਾ ਪ੍ਰੋਗਰਾਮ ਰੁਕ ਗਿਆ, ਬਟ ਉਹਨਾਂ ਨੇ ਕੁਝ ਕੋਡ ਫਾਈਨਲੀ ਚਲਾਇਆ। ਉਹ ਚੀਜ਼ ਬੇਸਿਕਲੀ ਕੀ ਹੈ, ਇਹੀ ਹੈ ਵੀ ਸਾਡਾ ਕਨੈਕਸ਼ਨ ਕਲੋਜ਼ ਕਰਤਾ ਹੈ ਉਸਨੇ, ਵੀ ਸਾਡਾ ਯੂਜ਼ਰ ਨੇਮ ਵੀ ਵਿੱਚੋਂ ਕੱਢਤਾ ਹੈ, ਪਾਸਵਰਡ ਵੀ ਵਿੱਚੋਂ ਕੱਢਤਾ ਹੈ, ਜਿਹੜੇ ਅਸੀਂ ਪੈਸੇ ਪਾਏ ਸੀ 5-10 ਹਜ਼ਾਰ ਕਢਾਉਣ ਲਈ, ਉਹਨੇ ਉਹ ਐਂਟਰੀਜ਼ ਵੀ ਸਾਰੀਆਂ ਵਿੱਚੋਂ ਸਕਿਪ ਕਰਤੀਆਂ। ਉਹ ਕਿਹੜਾ ਬਲੌਕ ਹੋ ਸਕਦਾ ਹੈ, ਫਾਈਨਲੀ ਬਲੌਕ ਹੋ ਸਕਦਾ ਹੈ। ਫਾਈਨਲੀ ਬਲੌਕ ਕੀ ਹੈ ਆਪਣਾ, ਇਹ ਆਪਸ਼ਨਲ ਬਲੌਕ ਹੈ, ਜ਼ਰੂਰੀ ਨਹੀਂ ਹੈ ਵੀ ਆਪਾਂ ਲਿਖਣਾ ਹੈ, ਪਰ ਲਿਖ ਵੀ ਸਕਦੇ ਹਾਂ। ਜਦੋਂ ਲਿਖਣਾ ਹੈ ਟਰਾਈ ਤੇ ਕੈਚ ਦੇ ਨਾਲ ਹੀ ਆਊਗਾ, ਇਹ ਨਹੀਂ ਹੈ ਵੀ ਬਿਨਾਂ ਟਰਾਈ ਕੈਚ ਤੋਂ ਫਾਈਨਲੀ ਨਹੀਂ ਆਊਗਾ, ਠੀਕ ਹੈ। ਲਾਈਕ ਆਪਾਂ ਇਹਦੀ ਕੀ ਐਗਜ਼ਾਮਪਲ ਦੇਖੀਏ ਛੋਟੀ ਜੀ। ਹੁਣ ਇਹ ਐਗਜ਼ਾਮਪਲ ਦੇਖਦੇ ਹਾਂ ਆਪਾਂ, ਦੋ ਇੰਟੀਜ਼ਰ ਹੈ B ਤੇ C, ਇੱਕ ਐਰੇ ਹੈ A5, ਠੀਕ ਹੈ। ਦਿਸ ਮੀਨਸ ਇੰਡੈਕਸ ਕਿੱਥੇ ਵੇਰੀ ਹੋ ਸਕਦਾ ਹੈ, 0 to 4, ਕਲੀਅਰ ਹੈ ਨਾ। ਜਿਹੜਾ ਇੰਡੈਕਸ ਉਹ 0 ਤੋਂ 4 ਵੇਰੀ ਹੋਊਗਾ। ਮੈਂ ਇੱਕ ਵੈਲਿਊ A0 ਚ ਪਾ ਲਈ, ਮਤਲਬ ਪਹਿਲੀ ਵੈਲਿਊ, ਦੂਜੀ ਵੈਲਿਊ ਪਾ ਲਈ ਮੈਂ B ਚ, C ਚ ਮੈਂ ਕੀ ਕਰਤਾ, ਐਰੇ ਨੂੰ, ਐਰੇ ਦੀ ਜਿਹੜੀ ਫਸਟ ਪੋਜੀਸ਼ਨ ਤੇ ਵੈਲਿਊ ਹੈ ਤੇ ਉਹਨੂੰ B ਨੂੰ ਉਹਨੂੰ ਡਿਵਾਈਡ ਕਰਤਾ ਹੈ, ਠੀਕ ਹੈ। ਦੈਨ ਆਪਾਂ ਇੱਥੇ ਉਹਦੀ C ਦੀ ਵੈਲਿਊ ਪ੍ਰਿੰਟ ਕਰ ਦਿੰਦੇ ਹਾਂ। ਚਲੋ ਆਪਣਾ ਨੀਚੇ ਆਪਾਂ ਪ੍ਰਿੰਟ ਕੀਤੀ ਹੋਈ ਹੈ, ਠੀਕ ਹੈ। ਹੁਣ ਅਗਰ ਇਹ ਵੀ ਠੀਕ ਹੈ ਲਾਈਨ, ਤੇ ਇਹ ਵੀ ਠੀਕ ਹੈ, ਤੇ ਇਹ ਵੀ ਠੀਕ ਹੈ, ਠੀਕ ਹੈ ਨਾ, ਸਾਰਾ ਕੁਝ ਠੀਕ ਹੈ, ਫਿਰ ਤਾਂ ਉਹਨੇ ਟਰਾਈ ਚਲਾਣਾ, ਕੈਚ ਕੋਈ ਨਹੀਂ ਚਲਾਣਾ। ਹੁਣ ਐਰਰ ਕੀ ਆ ਸਕਦਾ ਹੈ, ਅਗਰ ਮੈਂ B ਦੀ ਵੈਲਿਊ 0 ਪਾਦਾ, ਠੀਕ ਹੈ, ਦਿਸ ਮੀਨਸ ਕਿਹੜਾ ਐਰਰ ਆਊਗਾ, ਅਰਥਮੈਟਿਕ ਐਕਸੈਪਸ਼ਨ ਐਰਰ ਆਊਗਾ। ਫਿਰ ਮੈਂ ਉੱਥੇ ਕੋਈ ਮੈਸੇਜ ਦੇਣਾ, ਰਿਪਲੇਸਮੈਂਟ ਦੇਣੀ ਹੈ ਵੀ ਜਦੋਂ ਅਰਥਮੈਟਿਕ ਐਕਸੈਪਸ਼ਨ ਆ ਗਈ ਤਾਂ ਇਹ ਚੀਜ਼ ਹੋ ਜੇ। ਹੁਣ ਅਗਰ ਇੱਥੇ ਮੇਰੇ ਤੋਂ ਕੁਝ ਹੋਰ ਲਿਖਿਆ ਗਿਆ, A6 is equal to this, ਹੁਣ A6 ਤਾਂ ਐਗਜ਼ਿਸਟ ਹੀ ਨਹੀਂ ਕਰਦਾ। ਅਗਰ ਆਪਾਂ ਟਰਬੋ C++ ਚਲਾਵਾਂਗੇ ਫਿਰ ਚੱਲ ਪਊਗਾ ਪ੍ਰੋਗਰਾਮ, ਠੀਕ ਹੈ ਨਾ। ਉਸ 'ਚ ਉਹਨੂੰ ਕੁਛ ਨਹੀਂ ਪਤਾ ਲੱਗਦਾ ਵੀ ਇਹ ਇੰਡੈਕਸ ਬਾਊਂਡ, ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਬਾਊਂਡ ਚੈਕਿੰਗ ਹੁੰਦੀ ਨਹੀਂ ਟਰਬੋ C++ ਦੇ ਵਿੱਚ। ਜਦੋਂ ਮੈਂ ਹੁਣ ਇੱਥੇ ਦੇਤਾ ਹੈ, ਉਹਨੇ ਇਸ ਲਾਈਨ 'ਚ ਐਰਰ ਆ ਜਾਣਾ, ਉਹਨੇ ਸਿੱਧਾ ਕਿਸਤੇ ਕੰਟਰੋਲ ਤੇ ਜਾਣਾ, ਹੁਣ ਅਰਥਮੈਟਿਕ ਤੇ ਨਹੀਂ ਜਾਣਾ, ਹੁਣ ਉਸਨੇ ਕਿਸ ਤੇ ਜਾਣਾ, ਐਰੇ ਇੰਡੈਕਸ ਆਊਟ ਆਫ ਬਾਊਂਡ ਐਕਸੈਪਸ਼ਨ ਤੇ, ਕਿਉਂਕਿ ਐਰੇ ਦਾ ਇੰਡੈਕਸ ਜਿਹੜਾ ਬਾਊਂਡਰੀਜ਼ ਤੋਂ ਬਾਅਦ ਜਾ ਰਿਹਾ, ਹੁਣ ਉਹਨੇ ਕੀ ਪ੍ਰਿੰਟ ਕਰ ਦੇਣਾ, ਐਰੇ ਇੰਡੈਕਸ ਆਊਟ ਆਫ ਬਾਊਂਡ ਐਕਸੈਪਸ਼ਨ, ਠੀਕ ਹੈ। ਜੇ ਹੁਣ ਕੋਈ ਹੋਰ ਹੈ, ਜਿਵੇਂ ਮੈਂ ਇੱਥੇ ਆਪਾਂ ਗੱਲ ਕਰ ਰਹੇ ਸੀ ਵੀ ਆਪਾਂ ਐਂਟਰ ਦਾ ਇੰਟੀਜ਼ਰ ਕਰਾਉਣਾ ਸੀ, ਮੈਂ ਉੱਥੇ ਕਰਤਾ ਪਟਿਆਲਾ ਐਂਟਰ,
ਦਿਸ ਮੀਨਸ ਹੁਣ ਨਾ ਹੀ ਤਾਂ ਅਰਥਮੈਟਿਕ ਐਕਸੈਪਸ਼ਨ ਹੈ, ਨਾ ਹੀ ਐਰੇ ਇੰਡੈਕਸ ਆਊਟ ਬਾਉਂਡ ਐਕਸੈਪਸ਼ਨ ਹੈ, ਫਿਰ ਮੈਨੂੰ ਇੱਕ ਹੋਰ ਐਕਸੈਪਸ਼ਨ ਲਿਖਣੀ ਪੈਣੀ ਨੰਬਰ ਫਾਰਮੈਟ ਐਕਸੈਪਸ਼ਨ। ਠੀਕ ਹੈ, ਜਾਂ ਮੈਂ ਇੱਕ ਲਿਖ ਸਕਦਾ, ਇੱਕ ਐਕਸੈਪਸ਼ਨ ਲਿਖਦਾ ਜਿਹੜਾ ਕੀ ਕਰੂਗਾ ਸਾਰੀਆਂ ਐਕਸੈਪਸ਼ਨਸ ਨੂੰ ਹੈਂਡਲ ਕਰ ਲੈਂਦਾ। ਠੀਕ ਹੈ, ਬਟ ਇੰਨੀਆਂ ਕੈਚ ਲਿਖਣ ਦਾ ਮਤਲਬ ਕੀ ਹੁੰਦਾ ਹੈ ਵੀ ਜਦੋਂ ਅਰਥਮੈਟਿਕ ਐਕਸੈਪਸ਼ਨ ਆ ਗਈ ਮੈਂ ਇਹ ਆਪਰੇਸ਼ਨ ਪਰਫਾਰਮ ਕਰਨਾ ਹੈ, ਜਦੋਂ ਐਰੇ ਇੰਡੈਕਸ ਆਊਟ ਬਾਉਂਡ ਆਈ ਫਿਰ ਮੈਂ ਇਹ ਕਰਨਾ ਹੈ, ਜਦੋਂ ਦੂਸਰੀ ਐਰਰ ਆਈ ਫਿਰ ਮੈਂ ਇਹ ਪਰਫਾਰਮ ਕਰਨਾ ਹੈ। ਜੇ ਮੈਂ ਇਕੱਲਾ ਐਕਸੈਪਸ਼ਨ ਲਿਖਤਾ ਹੈ ਦਿਸ ਮੀਨਸ ਕੋਈ ਵੀ ਐਰਰ ਆਏ ਉਹਦੀ ਰਿਪਲੇਸਮੈਂਟ ਇੱਕੋ ਹੀ ਹੋਊਗੀ। ਠੀਕ ਹੈ ਨਾ, ਇਸ ਕਰਕੇ ਅਸੀਂ ਮਲਟੀਪਲ ਕੈਚ ਸਟੇਟਮੈਂਟ ਯੂਜ਼ ਕਰ ਲੈਂਦੇ ਹਾਂ। ਹੁਣ ਇੱਕ ਚੀਜ਼ ਹੋਰ ਯਾਦ ਰੱਖਣ ਵਾਲੀ ਹੈ, ਇੱਥੇ ਮੈਂ ਲਿਖਤਾ A6, B ਦੀ ਵੈਲਿਊ ਪਾਤੀ ਮੈਂ 0, ਇੰਡੈਕਸ ਕਿੰਨਾ ਹੈ 6 ਤੇ B ਦੀ ਵੈਲਿਊ ਵੀ 0 ਹੈ। ਹੁਣ ਇਸ 'ਚ ਵੀ ਐਰਰ ਹੈ, ਇਸ 'ਚ ਵੀ ਐਰਰ ਹੈ। ਠੀਕ ਹੈ ਨਾ, ਡਿਵਾਈਡ ਬਾਈ 0 'ਚ ਵੀ ਐਰਰ ਆ ਜਾਊਗਾ, ਇਸ ਲਾਈਨ 'ਚ ਵੀ ਐਕਸੈਪਸ਼ਨ ਆ ਜਾਊਗੀ। ਹੁਣ ਜਦੋਂ ਇੱਕ ਤੋਂ ਜ਼ਿਆਦਾ ਐਕਸੈਪਸ਼ਨ ਹੈ ਤਾਂ ਕੈਚ ਵੀ ਇੱਕ ਤੋਂ ਜ਼ਿਆਦਾ ਨਹੀਂ ਚੱਲਣੀ ਆ, ਕੈਚ ਕੱਲੀ ਇੱਕੋ ਹੀ ਚੱਲੂਗੀ ਜਿਹੜੀ ਪਹਿਲਾਂ ਐਕਸੈਪਸ਼ਨ ਆ ਗਈ। ਠੀਕ ਹੈ, ਲਾਈਕ ਇਨ ਦਿਸ ਕੇਸ ਕਿਹੜੀ ਚੱਲੂਗੀ ਐਰੇ ਇੰਡੈਕਸ ਆਊਟ ਆਫ ਬਾਉਂਡ, ਕਿਉਂਕਿ ਉਹ ਐਕਸੈਪਸ਼ਨ ਪਹਿਲਾਂ ਆ ਗਈ, ਇੱਥੋਂ ਹੀ ਕੰਟਰੋਲ ਸਿੱਧਾ ਕੈਚ ਤੇ ਟ੍ਰਾਂਸਫਰ ਹੋ ਗਿਆ। ਠੀਕ ਹੈ, ਇਹ ਚੀਜ਼ ਆਪਾਂ ਇੱਕ ਪ੍ਰੋਗਰਾਮ ਰਨ ਕਰਕੇ ਦੇਖਦੇ ਹਾਂ ਸਾਰੇ, ਪਹਿਲਾਂ ਇੱਕ ਵਾਰ ਇਹ ਫਿਰ ਕਲੀਅਰ ਹੋਊਗੀ। ਆਪਾਂ ਸਿੰਪਲ ਪ੍ਰੋਗਰਾਮ ਬਣਾਇਆ ਇਹ, Java test 7 44 ਤੇ 2 आंसर किया गया 22। ठीक है, बिकॉज कोई एरर नहीं है। ठीक है, A0 भी ओके है, B की वैल्यू भी नॉन जीरो है, दिस मीन्स कोई नंबर फॉर्मेट भी नहीं, पॉइंट वाला नंबर भी नहीं पा रहे, एक स्ट्रिंग भी नहीं पा रहे, सब कुछ ओके है। ए ब्लॉक ओके सी, उसने इसनों एग्जीक्यूट करके रिजल्ट देता है। सैकेंड मैं पाता इत्थे 0, दिस मीन्स हुण की आना चाहिए अर्थमैटिक एक्सैप्शन। कंट्रोल कित्थे पहुँच गया इस पॉइंट ते, अर्थमैटिक एक्सैप्शन ते उसने ए बी की वैल्यू कैलकुलेट नहीं की, बाय डिफॉल्ट सी की वैल्यू किहड़ी लऊगा 0। इत्थे मैं एक चीज़ होर दिखाना तुहानूं, आप इत्थे वैल्यू पाते ही नहीं कोई, इत्थे की आ गया देखो वेरीएबल सी माइट नॉट हैव बीन इनिशियलाइज्ड, मतलब वो कहता भी जो तुसीं इहनूं यूज़ तो कर रहे हैं नीचे, पर हो सकता सी की वैल्यू तुसीं इनिशियलाइज नहीं की। क्यों नहीं की? क्योंकि ट्राई तो ये इनिशियलाइज वैल्यू तो उस जाऊगी जो ट्राई चलूगा, जे सपोज ट्राई नहीं चलता है जिस मीनस सी की वैल्यू चलनी नहीं। ऐसे C++ वाला कंसैप्ट नहीं है भी उन्हें गारबेज वैल्यू दे देनी, उन्हें सानू एरर ही देता है भी सी की वैल्यू पहला इनिशियलाइज करो। सो मैं उसनों की इनिशियलाइज करता है 0, जो आप 0 पाया तो अर्थमैटिक एक्सैप्शन आ जाए तो रिजल्ट की आ जाए अपना 0 आ जाए। ठीक है, हुण मैं एरर चेंज करना, एरर आप करते चेंज, उत्थे कंपाइल करते हैं प्रोग्राम पहला, देन करते हैं रन। हुण एरर किहड़ा आ गया अर्थमैटिक एक्सैप्शन, क्योंकि A6 अर्थमैटिक एक्सैप्शन आ गई। अगर मैं इत्थे 0 पावां, हुण 2 एरर्स है, किहड़ा एक तो डिवाइड बाय 0 एरर भी बनता है, एक एरे इंडैक्स आउट ऑफ बाउंड एरर भी बनता है, एक्सैप्शन भी बनती है ना। ऊपर भी एरे इंडैक्स आउट ऑफ बाउंड एक्सैप्शन ही सी, मैं कुछ गलत तो नहीं कहता सी शायद, चलो ठीक है। भी एरे इंडैक्स आउट ऑफ बाउंड एक्सैप्शन है ਜਦੋਂ ਆਪਾਂ इस जगह ਤੇ वैल्यू गलत पाती, मतलब ਇੱਥੇ मैक्सिमम की वैल्यू आ सकती है 4 ही आ सकती है। ਤੇ ਜਿਹੜਾ इस पॉइंट ਤੇ मेरा दसन का की मतलब है भी ਇੱਥੇ एरर 2 तरह के है, एरे इंडैक्स आउट ऑफ बाउंड भी एक्सैप्शन भी है तो अर्थमैटिक एक्सैप्शन भी है, बट उसने चलानी किहड़ी है जिहड़ी पहला आ गई, जिहड़ा पहला कैच आ गया। ठीक है, अर्थमैटिक एक्सैप्शन, अदर एक्सैप्शन। हुण मैं की पाता इत्थे नंबर नहीं पाया, दिस मीनस हुण ए भी नहीं चली, ए भी नहीं चली, किहड़ी चली, यह एक्सैप्शन क्लास चली है।
ठीक है ना, लास्ट वाली। हुण एक मैं इत्थे लिख सकदा लाइक फाइनली, जिहड़ा आपां किहा सी फाइनली ब्लॉक। जिहड़ी चीज़ फाइनली च आ गई उसने वो चलनी ही चलनी है, चाहे एरर है चाहे नहीं है, चाहे असी कैच किया है, ठीक है ना। ऑलवेज एग्जीक्यूट रिजल्ट 22। अर्थमेटिक एक्सेप्शन फिर भी ऑलवेज एग्जीक्यूट है, ठीक है। द अदर एक्सेप्शन है फिर भी ऑलवेज एग्जीक्यूट है। मतलब आप इत्थे देखिए एरर नहीं आया फिर भी उन्हें चलाया ऑलवेज एग्जीक्यूट। मतलब जिहड़ा फाइनली ब्लॉक दे विच जिहड़ी भी असी चीज़ लिखती वो हमेशा चलनी ही चलनी है, चाहे एरर आ रहा चाहे नहीं आ रहा, चाहे असी कॉट कर रहे हैं चाहे नहीं कर रहे, ठीक है। यह अपना की है मल्टीपल कैच स्टेटमेंट्स। हुण इत्थे भी मैं लिख सकदा है नंबर फॉर्मेट एक्सैप्शन एक अलग लिख लो भी जो मैं कोई नंबर गलत पा दा इनपुट ते, जिवें आपां पटियाला लिख दईए जां पॉइंट वाली कोई वैल्यू पा दईए भी उसदी रिप्लेसमेंट कोई होर आ जाए, ठीक है ना, वो आप इत्थे हैंडल कर सकते हैं। लाइक मेरा कहने का मतलब की है जिवें सी इज इक्वल टू इत्थे लिखता मैं 10 भी जो नंबर फॉर्मेट एक्सैप्शन आ गई तो डिफॉल्ट वैल्यू सी की 10 मान ली जाए। जो एरे इंडैक्स ऑफ बाउंड आ गया फिर सी की वैल्यू 20 मान ली जाए। जो अदर एक्सैप्शन आ गई तो सी की वैल्यू 30 हो जाए, ठीक है ना। ये आप अलग अलग रिप्लेसमेंट दे सकते हैं, इस करके मल्टीपल कैचेज यूज होंगी हैं। नहीं तो अगर साड़ी कोई ऐसी वो नहीं है कोई अलग अलग वैल्यूज़ देने की कोई भी हरेक एक्सैप्शन से आप चाहते एको ही मैसेज प्रिंट हो जाए तो आप सिंपल एक्सैप्शन क्लास का ऑब्जैक्ट नाल भी वो चीज़ चला सकते हैं, ठीक है। यह ई की है ऑब्जैक्ट है एक्सैप्शन क्लास का, तो जरूरी नहीं ई लिखना है, तुम कोई भी लिख सकते हैं, ठीक है ना। ये चीज़ है मतलब एक अपना ट्राई कैच ब्लॉक है जिहड़ा अपना एक्सैप्शन हैंडलिंग दे विच की है ट्राई कैच ब्लॉक होंदा है। जिहड़े एरर्स है वो चैकड भी हो सकते हैं अनचैकड भी हो सकते हैं, ठीक है। दैन अपना फाइनली ब्लॉक हो सकता है। फाइनली ब्लॉक दे विच असीं जिहड़ा कोड लिखीए वो हमेशा चलूगा ही चलूगा चाहे जिहड़ी मर्जी कंडीशन होवे। दैन वी कैन आल्सो राइट नेस्टिड ट्राई कैच स्टेटमेंट्स। मतलब एक ट्राई कैच दे विच एक होर ट्राई हो सकता है। लाइक यह ट्राई एक अपना ब्लॉक चल रहा है इस पॉइंट तो इस पॉइंट तक, उसके अंदर एक होर ट्राई भी हो सकता है, ठीक है ना। एक ट्राई के अंदर ट्राई कैच ब्लॉक के अंदर एक होर ट्राई कैच ब्लॉक भी हो सकता है। ये अपनी सिंपल एग्जांपल्स है ट्राई कैच दियां जां एक्सैप्शन हैंडलिंग दियां जो एग्जाम दे विच है। अपने इस टॉपिक रिलेटेड की चीज़ आ सकती है भी एक्सैप्शन हैंडलिंग की चीज़ होंदी है, उस दे विच भी आप ट्राई कैच ब्लॉक ही एक्सप्लेन करना है विद देयर सिंटैक्स। दैन उन्होंने क्लासिस किहड़ियां हो सकदियां ये एक्सप्लेन करांगे आपां, ठीक है, जिहड़ी उहदियां क्लासिस है। दैन चैकड ते अनचैकड एरर्स बारे आ सकता है, चैकड अनचैकड एक्सैप्शन, जो चैकड अनचैकड एक्सैप्शन करनी है फिर आपां नूं आ चीज़ भी नाल एक्सप्लेन करनी पैनी है, ठीक है। दैन मल्टीपल कैच स्टेटमेंट्स ते फाइनली ब्लॉक भी आ सकता है भी आप एक तो ज़्यादा कैच स्टेटमेंट्स लगा सकते हैं तो फाइनली ब्लॉक का की परपज़ है, ठीक है। लाइक कुछ ये कन्फ्यूजन हो जाती है कभी कभी स्टूडेंट्स को भी फाइनली की जरूरत की है। लाइक आप एक सिंपल जी एग्जांपल देखते हैं, सपोज आप कोई एक्सैप्शन को कॉट नहीं करते, सपोज ये प्रोग्राम है मतलब ट्राई दो कैचेस लगाती हैं अर्थमैटिक एरे इंडैक्स आउट ऑफ बाउंड ते फाइनली। आप इसनों प्रोग्राम को रन करके देखते हैं। एक बार मैं करता सिंपल वैल्यूज़ नाल, उसने की किया ऑलवेज एग्जीक्यूट रिजल्ट 22 रेस्ट ऑफ कोड, फिर मैं पाता 0। हुण किया गया अर्थमैटिक एक्सैप्शन ऑलवेज एग्जीक्यूट रिजल्ट 10 क्योंकि आप अर्थमैटिक एक्सैप्शन चो सी की वैल्यू बाय डिफॉल्ट की 10 सैट की हुई है, ठीक है। दैन सपोज मैं इत्थे लिखता पटियाला, हुण की मैं ये एक्सैप्शन हैंडल की है नहीं, पटियाला। हुण जो आप पटियाला लिखिया हुण, ठीक है, हुण नंबर फॉर्मेट एक्सैप्शन तो आप हैंडल नहीं की पर फिर भी उसने जाते जाते की चला के गया ऑलवेज एग्जीक्यूट जिहड़ा किस ब्लॉक च सी फाइनली ब्लॉक च सी। अगर हुण ये फाइनली ब्लॉक च नहीं है की देखते हैं फिर चलता है
ਇੱਥੇ ਤਾਂ ਠੀਕ ਹੈ, ਆਪਾਂ ਡਿਵਾਈਡ ਬਾਈ 0 ਵੀ ਕਾਟ ਕੀਤੀ, ਉੱਥੇ ਵੀ ਆਲਵੇਜ਼ ਐਗਜ਼ੀਕਿਊਟ ਚੱਲ ਪਿਆ। ਹੁਣ ਇਸ ਕੇਸ ਦੇ ਵਿੱਚ ਆਲਵੇਜ਼ ਐਗਜ਼ੀਕਿਊਟ ਨਹੀਂ ਚੱਲੂਗਾ, ਠੀਕ ਹੈ ਨਾ, ਕਿਉਂਕਿ ਪ੍ਰੋਗਰਾਮ ਵਿਚਕਾਰੋਂ ਹੀ ਟਰਮੀਨੇਟ ਹੋ ਗਿਆ। ਹੁਣ ਦਿਸ ਮੀਨਸ ਫਾਈਨਲੀ ਦਾ ਵਰਕ ਕੀ ਹੈ, ਉਸਨੇ ਹਮੇਸ਼ਾ ਚੱਲਣਾ ਹੀ ਚੱਲਣਾ ਹੈ ਉਸ ਬਲੌਕ ਨੇ, ਠੀਕ ਹੈ। ਇੱਕ ਚੀਜ਼ ਹੋਰ, ਇਹਨਾਂ ਦੀ ਹਾਇਰਾਰਕੀ ਵੀ ਜ਼ਰੂਰੀ ਹੈ। ਸਪੋਜ਼ ਮੈਂ ਐਕਸੈਪਸ਼ਨ ਕਲਾਸ ਨੂੰ ਉੱਤੇ ਇਨਹੈਰਿਟ ਕਰ ਲਾਂ, ਕਾਟ ਕਰ ਲਾਂ, ਪਹਿਲਾਂ ਕੈਚ ਕਰ ਲਈ ਐਕਸੈਪਸ਼ਨ, ਫਿਰ ਅਰਥਮੈਟਿਕ ਐਕਸੈਪਸ਼ਨ, ਫਿਰ ਐਰੇ ਇੰਡੈਕਸ ਆਫ ਬਾਉਂਡ ਐਕਸੈਪਸ਼ਨ। ਇਸ ਜਗ੍ਹਾ ਤੇ ਦੇਖੋ ਸਾਡਾ ਕੀ ਐਰਰ ਆ ਰਿਹਾ ਹੈ। ਜਦੋਂ ਮੈਂ ਇਸ ਨੂੰ ਕੰਪਾਈਲ ਕਰੂੰਗਾ ਪ੍ਰੋਗਰਾਮ, ਉਹਨੇ ਇਸ ਪੁਆਇੰਟ ਤੇ ਐਰਰ ਦੇਤਾ ਹੈ ਵੀ ਅਰਥਮੈਟਿਕ ਐਕਸੈਪਸ਼ਨ ਤਾਂ ਆਲਰੇਡੀ ਕਾਟ ਹੋ ਗਈ, ਐਰੇ ਇੰਡੈਕਸ ਆਫ ਬਾਉਂਡ ਤਾਂ ਆਲਰੇਡੀ ਕਾਟ ਹੋ ਗਈ। ਕਿੱਥੇ ਕਾਟ ਹੋ ਗਈ? ਇਸ ਐਕਸੈਪਸ਼ਨ 'ਚ, ਕਿਉਂਕਿ ਜਦੋਂ ਉਸਨੇ ਪਹਿਲਾਂ ਕੈਚ ਕਰਨੀ ਸਟਾਰਟ ਕਰਨੀ ਹੈ, ਉਹਨੇ ਪਹਿਲੀ ਕੈਚ 'ਚ ਹੀ ਸਾਰੀਆਂ ਨੂੰ ਹੈਂਡਲ ਕਰ ਲੈਣਾ। ਦਿਸ ਮੀਨਸ ਜਿਹੜੀ ਇਹ ਕਲਾਸ ਹੈ, ਐਕਸੈਪਸ਼ਨ ਕਲਾਸ ਹੈ, ਇਹ ਬਾਅਦ ਵਿੱਚ ਆਉਣੀ ਚਾਹੀਦੀ ਹੈ। ਮਤਲਬ ਜਦੋਂ ਨਾ ਐਰੇ ਇੰਡੈਕਸ ਆਊਟ ਆਫ ਬਾਉਂਡ ਹੋਵੇ, ਨਾ ਅਰਥਮੈਟਿਕ ਹੋਵੇ, ਕੋਈ ਹੋਰ ਐਕਸੈਪਸ਼ਨ ਹੈ, ਫਿਰ ਅਸੀਂ ਉਹਦੇ ਲਈ ਇੱਕ ਐਕਸੈਪਸ਼ਨ ਕਲਾਸ ਲਗਾ ਦਿੱਤੀ, ਠੀਕ ਹੈ ਨਾ। ਮਤਲਬ ਉਹਨਾਂ ਦੀ ਹਾਇਰਾਰਕੀ ਵੀ ਜ਼ਰੂਰੀ ਹੈ ਵੀ ਕਿਹੜੀ ਐਕਸੈਪਸ਼ਨ, ਜਿਹੜੀ ਆਪਣੀ ਕੈਚ ਲਗਾਉਣੀ ਹੈ, ਕਿਹੜੀ ਕਲਾਸ ਕਿਸ ਜਗ੍ਹਾ ਤੇ ਲਗਾਉਣੀ ਹੈ। ਸਿੰਪਲੀ ਮੇਨਲੀ ਐਕਸੈਪਸ਼ਨ ਕਲਾਸ ਹੀ ਹੁੰਦੀ ਹੈ। ਮੀਨਸ ਜੇ ਆਪਾਂ ਐਕਸੈਪਸ਼ਨ ਕਲਾਸ ਯੂਜ਼ ਕਰਨੀ ਹੈ ਤਾਂ ਇਸਨੂੰ ਟੌਪ ਤੇ ਨਹੀਂ ਕਰਨਾ, ਨੀਚੇ ਹੀ ਕਰਾਂਗੇ, ਨਹੀਂ ਬਿਕੋਜ਼ ਨਹੀਂ ਤਾਂ ਇਹ ਤਾਂ ਸਾਰਿਆਂ ਨੂੰ ਹੀ ਹੈਂਡਲ ਕਰ ਸਕਦਾ। ਦਿਸ ਮੀਨਸ ਥੱਲੇ ਵਾਲੀਆਂ ਤਾਂ ਚੱਲਣੀਆਂ ਹੀ ਨਹੀਂ, ਠੀਕ ਹੈ। ਓਕੇ, ਥੈਂਕ ਯੂ ਜੀ। ਅਗਰ ਕੋਈ ਵੀ ਕਨਫਿਊਜ਼ਨ ਹੋਈ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਕੇ ਪੁੱਛ ਸਕਦੇ ਹੋ। ਥੈਂਕ ਯੂ।